ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਕਿ ਇੱਕ ਵਾਰ ਗੁਰੂ ਸਾਹਿਬ ਜੀ ਜੰਗਲ ਦੇ ਵਿੱਚੋਂ ਲੰਘ ਰਹੇ ਸਨ। ਉਹਨਾਂ ਦੇ ਨਾਲ ਉਹਨਾਂ ਦੇ ਕੁਝ ਹੋਰ ਸਾਥੀ ਵੀ ਸਨ, ਉਹਨਾਂ ਦੇ ਚੇਲੇ, ਉਹਨਾਂ ਦੇ ਭਗਤ ਸਨ। ਜਦੋਂ ਜੰਗਲ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਦੇਖਿਆ ਕਿ ਜੰਗਲ ਪਾਰ ਨਹੀਂ ਕਰ ਸਕਾਂਗੇ, ਉੱਤੋਂ ਰਾਤ ਪੈ ਜਾਣੀ ਹੈ, ਕਾਫੀ ਹਨੇਰਾ ਹੋ ਚੁੱਕਿਆ ਸੀ। ਤਾਂ ਗੁਰੂ ਨਾਨਕ ਦੇਵ ਜੀ ਨੇ ਹੁਕਮ ਦਿੱਤਾ, ਆਦੇਸ਼ ਦਿੱਤਾ ਕਿ ਰਾਤ ਨੂੰ ਸਫ਼ਰ ਕਰਨਾ ਠੀਕ ਨਹੀਂ ਹੋਵੇਗਾ ਭਾਈ, ਆਪਾਂ ਅੱਜ ਰਾਤ ਜੰਗਲ ਵਿੱਚ ਹੀ ਕਿਤੇ ਡੇਰਾ ਲਾ ਲੈਨੇ ਆ, ਸਵੇਰਾ ਹੋਣ ਤੇ ਫਿਰ ਚਾਲੇ ਪਾ ਦਿਆਂਗੇ, ਜੰਗਲ ਪਾਰ ਕਰ ਲਵਾਂਗੇ। ਇਹ ਸੁਣ ਕੇ ਸਾਰੇ ਭਗਤਾਂ ਨੇ ਉੱਥੇ ਡੇਰਾ ਲਾ ਲਿਆ। ਗੁਰੂ ਜੀ ਆਪਣੇ ਭਗਤਾਂ ਦੇ ਨਾਲ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕੀਤਾ, ਪ੍ਰਸ਼ਾਦਾ ਛਕਿਆ ਤੇ ਆਰਾਮ ਫਰਮਾਉਣ ਲੱਗੇ। ਥੋੜਾ ਸਮਾਂ ਹੀ ਹੋਇਆ ਸੀ, ਬਹੁਤੀ ਅਜੇ ਰਾਤ ਨਹੀਂ ਸੀ ਲੰਘੀ ਕਿ ਇੱਕ ਚੋਰ ਉੱਥੇ ਡਰਦਾ ਹੋਇਆ ਲੰਘ ਰਿਹਾ ਸੀ। ਜਦੋਂ ਉਹਨਾਂ ਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਆ ਬੈਠਾ। ਗੁਰੂ ਨਾਨਕ ਦੇਵ ਜੀ ਕੋਲੇ ਆਉਂਦਾ ਹੈ, ਉਹਨਾਂ ਨੂੰ ਮੱਥਾ ਟੇਕਦਾ ਹੈ ਅਤੇ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ, ਮੈਂ ਇੱਕ ਚੋਰ ਹਾਂ, ਮੈਂ ਇਸ ਚੋਰੀ ਵਾਲੇ ਜੀਵਨ ਤੋਂ ਤੰਗ ਬੜਾ ਹਾਂ, ਪਰ ਮੈਂ ਕਰਾਂ ਕੀ, ਮੈਂ ਛੱਡ ਨਹੀਂ ਸਕਦਾ। ਮੈਂ ਸੁਧਰਨਾ ਤਾਂ ਚਾਹੁੰਦਾ ਹਾਂ, ਪਰ ਇਹ ਹਨੇਰਾ ਇਹੋ ਜਿਹਾ ਹੈ ਕਿ ਮੈਥੋਂ ਨਿਕਲਿਆ ਨਹੀਂ ਜਾ ਰਿਹਾ। ਤੁਸੀਂ ਮੇਰਾ ਮਾਰਗਦਰਸ਼ਨ ਕਰੋ, ਮੇਰੇ ਮਾਰਗਦਰਸ਼ਕ ਬਣ ਜਾਓ, ਮੈਨੂੰ ਇਸ ਹਨੇਰੇ ਤੋਂ, ਇਸ ਅਗਿਆਨਤਾ ਤੋਂ ਬਾਹਰ ਕੱਢੋ। ਕੋਈ ਨਾ ਕੋਈ ਜੁਗਤੀ ਐਸੀ ਦੱਸੋ ਕਿ ਮੈਂ ਇਸ ਚੋਰੀ ਦੇ ਕਿੱਤੇ ਨੂੰ ਛੱਡ ਦੇਵਾਂ। ਮੈਨੂੰ ਦੋ ਭੈੜੀਆਂ ਆਦਤਾਂ ਨੇ, ਇੱਕ ਚੋਰੀ ਦੀ ਅਤੇ ਇੱਕ ਝੂਠ ਬੋਲਣ ਦੀ। ਤੁਸੀਂ ਕੋਈ ਐਸਾ ਕੌਤਕ ਫਰਮਾਓ, ਐਸਾ ਕੌਤਕ ਕਰੋ ਕਿ ਮੈਂ ਚੋਰੀ ਕਰਨਾ ਅਤੇ ਝੂਠ ਬੋਲਣਾ ਛੱਡ ਦੇਵਾਂ। ਗੁਰੂ ਸਾਹਿਬ ਕਹਿੰਦੇ ਕਿ ਸਭ ਕੁਝ ਆਪਣੇ ਆਪ ਹੀ ਹੋ ਜਾਵੇਗਾ, ਜਿਵੇਂ ਤੂੰ ਕਹੇਗਾ ਭਾਈ ਉਵੇਂ ਹੀ ਹੋਵੇਗਾ, ਜੇ ਤੂੰ ਮੇਰੀ ਇੱਕ ਗੱਲ ਮੰਨ ਲਵੇਂ ਤਾਂ। ਗੁਰੂ ਸਾਹਿਬ ਕਹਿੰਦੇ ਕਿ ਮੇਰੀ ਇੱਕ ਗੱਲ ਤੂੰ ਇਹ ਮੰਨ ਕਿ ਤੂੰ ਆਪਣੇ ਮਨ ਤੇ ਕਾਬੂ ਕਰ। ਤੈਨੂੰ ਜੁਗਤੀ ਅਸਾਂ ਕੀ ਦੱਸਣੀ ਹੈ, ਤੇਰਾ ਮਨ ਹੀ ਤੈਥੋਂ ਸਾਰਾ ਕੁਝ ਕਰਵਾ ਰਿਹਾ ਹੈ। ਤੂੰ ਆਪਣੇ ਪਿੰਡ ਪਰਤ ਜਾ, ਆਪਣੇ ਘਰ ਵਾਪਸ ਚਲਿਆ ਜਾ, ਕੋਈ ਹੋਰ ਕੰਮ ਲੱਭ ਲੈ। ਵਾਹਿਗੁਰੂ ਤੇਰੇ ਤੇ ਕਿਰਪਾ ਕਰਨਗੇ ਜੇ ਤੂੰ ਆਪਣੇ ਮਨ ਨੂੰ ਕਾਬੂ ਕਰ ਲਵੇਂ, ਜੇ ਤੂੰ ਮਨ ਦੀ ਗੰਢ ਬੰਨ ਲਵੇਂ। ਚੋਰ ਨੇ ਮੱਥਾ ਟੇਕਿਆ ਅਤੇ ਕਿਹਾ ਕਿ ਸਤਿਗੁਰੂ, ਜੋ ਤੁਸੀਂ ਬਚਨ ਕੀਤੇ, ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਬਚਨਾਂ ਤੇ ਪੂਰਾ ਰਹਾਂ। ਮੱਥਾ ਟੇਕਿਆ ਅਤੇ ਉਹ ਵਾਪਸ ਚਲਾ ਗਿਆ। ਕੁਝ ਦਿਨਾਂ ਬਾਅਦ ਉਹ ਗੁਰੂ ਸਾਹਿਬ ਨੂੰ ਲੱਭਦਿਆਂ ਫਿਰ ਵਾਪਸ ਪਰਤਿਆ। ਆ ਕੇ ਮੱਥਾ ਟੇਕਦਾ ਹੈ ਅਤੇ ਕਹਿੰਦਾ ਹੈ, ਗੁਰੂ ਜੀ, ਜਿਵੇਂ ਤੁਸੀਂ ਕਿਹਾ ਸੀ, ਮੈਂ ਬੜੀ ਕੋਸ਼ਿਸ਼ ਕੀਤੀ, ਮੈਂ ਬਹੁਤ ਹੱਥ ਪੈਰ ਮਾਰੇ ਕਿ ਮੈਂ ਝੂਠ ਬੋਲਣਾ ਛੱਡ ਦਿਆਂ, ਪਰ ਨਾ ਤਾਂ ਮੈਂ ਝੂਠ ਬੋਲਣਾ ਛੱਡ ਸਕਿਆ, ਨਾ ਹੀ ਮੈਂ ਚੋਰੀ ਕਰਨਾ ਛੱਡ ਸਕਿਆ। ਇਹ ਕੰਮ ਅਜੇ ਵੀ ਮੈਥੋਂ ਜਾਰੀ ਨੇ, ਮੈਂ ਅਜੇ ਵੀ ਇਹ ਕਰ ਰਿਹਾ। ਮੈਂ ਇਹਨਾਂ ਔਗਣਾਂ ਤੋਂ ਦੂਰ ਹੋਣਾ ਚਾਹੁੰਦਾ, ਮੈਂ ਅੱਕ ਥੱਕ ਗਿਆ, ਪਰ ਕੋਈ ਨਾ ਕੋਈ ਮੈਨੂੰ ਪੱਕਾ ਹੱਲ ਕਰਕੇ ਦਿਓ। ਗੁਰੂ ਸਾਹਿਬ ਜੀ ਨੇ ਪਹਿਲਾਂ ਤਾਂ ਉਸ ਦੀ ਗੱਲ ਨੂੰ ਸੁਣਿਆ, ਫਿਰ ਥੋੜਾ ਸਮਾਂ ਲੈ ਕੇ ਸੋਚਿਆ ਅਤੇ ਫਿਰ ਕਹਿੰਦੇ ਕਿ ਜਿਵੇਂ ਤੇਰਾ ਮਨ ਕਰਦਾ ਹੈ ਤੂੰ ਉਵੇਂ ਕਰ। ਜੇ ਤੇਰਾ ਮਨ ਚੋਰੀ ਕਰਨ ਨੂੰ ਕਰਦਾ ਹੈ ਤੂੰ ਕਰ, ਜੇ ਤੇਰਾ ਮਨ ਝੂਠ ਬੋਲਣ ਨੂੰ ਕਰਦਾ ਹੈ ਤੂੰ ਕਰ, ਪਰ ਇਸ ਦੇ ਨਾਲ ਨਾਲ ਇੱਕ ਕੰਮ ਹੋਰ ਕਰ। ਜਿਸ ਘਰ ਤੂੰ ਚੋਰੀ ਕਰਦਾ ਹੈ, ਸਵੇਰੇ ਉਸ ਘਰ ਜਾ ਕੇ ਦੱਸ ਦਿਆ ਕਰ ਕਿ ਰਾਤ ਨੂੰ ਮੈਂ ਚੋਰੀ ਕੀਤੀ ਸੀ ਤੇ ਇਸ ਸਮਾਨ ਦੀ ਚੋਰੀ ਕੀਤੀ ਸੀ। ਤੇ ਨਾਲ ਦੀ ਨਾਲ ਜਿਸ ਵੀ ਸੱਜਣ ਨੂੰ, ਜਿਸ ਵੀ ਆਪਣੇ ਦੋਸਤ ਮਿੱਤਰ ਨੂੰ ਜਾਂ ਕਿਸੇ ਵੀ ਮਨੁੱਖ ਨੂੰ ਤੂੰ ਝੂਠ ਬੋਲਦਾ ਹੈ, ਜੇ ਤੂੰ ਸਵੇਰੇ ਝੂਠ ਬੋਲਦਾ ਹੈ ਤਾਂ ਸ਼ਾਮ ਨੂੰ ਉਸ ਨੂੰ ਜਾ ਕੇ ਦੱਸ ਦਿਆ ਕਰ ਕਿ ਭਾਈ, ਮੈਂ ਆਹ ਜਿਹੜੀ ਤੈਨੂੰ ਗੱਲ ਕਹੀ ਸੀ, ਮੈਂ ਝੂਠ ਬੋਲਿਆ ਸੀ। ਚੋਰ ਨੂੰ ਉਪਾਅ ਬਹੁਤ ਵਧੀਆ ਲੱਗਿਆ। ਉਸਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਅਤੇ ਕਿਹਾ, ਤੁਸੀਂ ਮੇਰੀ ਮੁਸ਼ਕਲ ਹੱਲ ਕਰ ਦਿੱਤੀ ਹੈ, ਮੈਂ ਇਸੇ ਤਰ੍ਹਾਂ ਹੀ ਕਰਾਂਗਾ। ਚੋਰ ਕਹਿੰਦਾ, ਇਸ ਦੇ ਨਾਲ ਮੈਂ ਜੋ ਮੇਰੇ ਮਨ ਦੀ ਗੱਲ ਉਹ ਵੀ ਮੰਨ ਲਵਾਂਗਾ ਤੇ ਮੇਰੇ ਮਨ ਤੇ ਜਿਹੜਾ ਬੋਝ ਪੈਂਦਾ ਹੈ ਉਹ ਵੀ ਹਲਕਾ ਹੋ ਜਾਇਆ ਕਰੇਗਾ। ਫਿਰ ਇੱਕ ਦਿਨ ਗੁਰੂ ਸਾਹਿਬ ਉਸੇ ਜੰਗਲ ਤੋਂ ਵਾਪਸ ਆ ਰਹੇ ਸਨ। ਰਸਤੇ ਵਿੱਚੋਂ ਉਹਨਾਂ ਦੇਖਿਆ ਕਿ ਉਹ ਚੋਰ ਜੰਗਲ ਦੇ ਵਿੱਚੋਂ ਲੱਕੜੀ ਵੱਢ ਰਿਹਾ ਸੀ, ਲੱਕੜਾਂ ਇਕੱਠੀਆਂ ਕਰ ਰਿਹਾ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੇਖਿਆ ਤੇ ਉਸ ਦੇ ਕੋਲ ਚਲੇ ਗਏ। ਕਹਿੰਦੇ, ਭਾਈ, ਇਹ ਤੂੰ ਕੀ ਕਰ ਰਿਹਾ? ਤੈਨੂੰ ਤੇ ਕਿਹਾ ਸੀ ਜੋ ਤੇਰਾ ਦਿਲ ਕਰਦਾ ਉਹ ਕਰ, ਤੂੰ ਚੋਰੀ ਕਰਨੀ ਚੋਰੀ ਕਰ, ਤੂੰ ਝੂਠ ਬੋਲਣੇ ਨੇ ਝੂਠ ਬੋਲ, ਫਿਰ ਤੂੰ ਇਹ ਕੰਮ ਕੀ ਕਰ ਰਿਹਾ? ਤੂੰ ਤੇ ਲੱਗਦਾ ਜਿਵੇਂ ਕੋਈ ਕਿੱਤਾ ਹੀ ਬਦਲ ਲਿਆ। ਤਾਂ ਚੋਰ ਦੀ ਸ਼ਰਮ ਦੇ ਨਾਲ ਗਰਦਨ ਝੁਕ ਗਈ, ਉਸਨੇ ਸਿਰ ਝੁਕਾ ਲਿਆ। ਕਹਿੰਦਾ, ਜਿਵੇਂ ਤੁਸੀਂ ਕਿਹਾ ਸੀ ਪਾਤਸ਼ਾਹ ਜੀ, ਮੈਂ ਉਵੇਂ ਨਹੀਂ ਕਰ ਸਕਿਆ। ਮੈਨੂੰ ਤੁਹਾਡਾ ਉਪਾਅ ਲੱਗਿਆ ਤਾਂ ਬੜਾ ਸਰਲ ਸੀ, ਮੈਨੂੰ ਲੱਗਿਆ ਸੀ ਕਿ ਇਹ ਕੰਮ ਬੜਾ ਸੌਖਾ ਹੈ, ਪਰ ਮੈਂ ਜਿੱਥੋਂ ਚੋਰੀ ਕਰਦਾ ਸਾਂ ਉਸ ਨੂੰ ਜਾ ਕੇ ਦੁਬਾਰਾ ਦੱਸਣ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਹੁੰਦੀ। ਜਿਸ ਨੂੰ ਮੈਂ ਝੂਠ ਬੋਲਦਾ ਸਾਂ, ਮੇਰੇ ਕੋਲ ਇੰਨਾ ਹੌਸਲਾ ਹੀ ਨਹੀਂ ਸੀ ਹੁੰਦਾ ਕਿ ਉਸ ਨੂੰ ਜਾ ਕੇ ਸੱਚ ਦੱਸ ਦਿਆਂ, ਉਸ ਨੂੰ ਜਾ ਕੇ ਦੱਸਾਂ ਕਿ ਮੈਂ ਤੈਨੂੰ ਪਹਿਲਾਂ ਝੂਠ ਬੋਲਿਆ। ਮੈਨੂੰ ਸ਼ਰਮ ਬਹੁਤ ਮਹਿਸੂਸ ਹੁੰਦੀ ਸੀ, ਇਸ ਲਈ ਮੈਂ ਝੂਠ ਬੋਲਣਾ ਅਤੇ ਚੋਰੀ ਕਰਨਾ ਛੱਡ ਹੀ ਦਿੱਤਾ ਹੈ। ਮੈਂ ਉਹ ਬੁਰੇ ਕੰਮਾਂ ਨੂੰ ਛੱਡ ਕੇ ਇਹ ਲੱਕੜੀ ਕੱਟ ਕੇ ਵੇਚਣ ਦਾ ਕੰਮ ਸ਼ੁਰੂ ਕਰ ਲਿਆ ਹੈ। ਇਸ ਦੇ ਨਾਲ ਮੇਰਾ ਵਧੀਆ ਗੁਜ਼ਰ ਬਸਰ ਹੋ ਰਿਹਾ ਹੈ ਤੇ ਨਾਲ ਦੀ ਨਾਲ ਮੈਨੂੰ ਹੁਣ ਕੋਈ ਬਹੁਤੀ ਸ਼ਰਮ ਮਹਿਸੂਸ ਨਹੀਂ ਹੁੰਦੀ। ਪਰ ਮੈਨੂੰ ਇਸ ਗੱਲ ਤੇ ਬੜੀ ਸ਼ਰਮ ਹੈ ਕਿ ਮੈਂ ਤੁਹਾਡਾ ਕੋਈ ਵੀ ਹੁਕਮ ਨਾ ਮੰਨ ਸਕਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹੱਸ ਕੇ ਕਿਹਾ ਕਿ ਇਹਦੇ ਵਿੱਚ ਸ਼ਰਮ ਕਾਹਦੀ? ਤੂੰ ਮੇਰਾ ਹੁਕਮ ਨਹੀਂ ਮੰਨਿਆ, ਇਹਦੇ ਵਿੱਚ ਸ਼ਰਮ ਕਾਹਦੀ?
ਗੱਲ ਤਾਂ ਇਹ ਸੀ ਕਿ ਜਿਹੜੇ ਤੂੰ ਮਾੜੇ ਕੰਮ ਕਰਦਾ ਸਾਂ ਤੂੰ ਉਹ ਛੱਡਣੇ ਸਨ, ਤੇ ਉਹ ਜਿਵੇਂ ਤਿਵੇਂ ਤੂੰ ਛੱਡ ਦਿੱਤੇ ਨੇ। ਹੁਣ ਤੂੰ ਇੱਕ ਚੰਗੇ ਤਰੀਕੇ ਨਾਲ ਆਪਣਾ ਗੁਜ਼ਰ ਬਸਰ ਕਰ ਰਿਹਾ। ਹੋਇਆ ਤਾਂ ਉਹੀ ਜੋ ਤੂੰ ਚਾਹੁੰਦਾ ਸੀ। ਚੋਰੀ ਕਰਨਾ ਤੇ ਝੂਠ ਬੋਲਣਾ ਬਹੁਤ ਵੱਡੇ ਔਗਣ ਹਨ, ਤੇ ਤੈਨੂੰ ਇਸ ਤੋਂ ਮੁਕਤੀ ਮਿਲ ਗਈ ਹੈ। ਇਸ ਤੋਂ ਵੱਧ ਤੈਨੂੰ ਕੀ ਚਾਹੀਦਾ ਹੈ? ਤਰੀਕਾ ਜੋ ਮਰਜ਼ੀ ਹੋਵੇ, ਪਰ ਤੂੰ ਉਹਨਾਂ ਔਗਣਾਂ ਤੋਂ ਮੁਕਤੀ ਪਾ ਲਈ ਹੈ। ਸੋ ਇਸ ਕਥਾ ਵਿਚਾਰ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਜੋ ਵੀ ਸਿੱਖਿਆਵਾਂ ਨੇ, ਅਸੀਂ ਉਹਨਾਂ ਤੇ ਚੱਲੀਏ ਤਾਂ ਜਿੰਨੇ ਵੀ ਸਾਡੇ ਔਗਣ ਨੇ ਉਹ ਗੁਣਾਂ ਦੇ ਵਿੱਚ ਬਦਲ ਜਾਣਗੇ। ਸਾਡੇ ਗੁਣ ਸਾਡੇ ਔਗਣਾਂ ਤੇ ਭਾਰੀ ਪੈ ਜਾਣਗੇ ਤੇ ਸਾਡੇ ਗੁਣ ਜੇਤੂ ਹੋ ਜਾਣਗੇ। ਅਸੀਂ ਵੀ ਚੰਗੇ ਇਨਸਾਨ ਬਣ ਸਕਦੇ ਹਾਂ। ਇਸ ਲਈ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇੱਕ ਚੰਗੀ ਸੰਗਤ ਦੇ ਵਿੱਚ ਰਹੀਏ, ਵਧੀਆ ਸੋਚ ਅਤੇ ਸਮਝ ਬਣਾਈਏ। ਇੱਕ ਚੰਗੀ ਸੰਗਤ ਵਾਲਾ ਮਨੁੱਖ ਚੰਗੇ ਜਿਹੜੇ ਸਤ ਸੰਗਤ ਕਰਦਾ ਹੈ, ਚੰਗੇ ਲੋਕਾਂ ਦੀ ਸਲਾਹ ਮੰਨੇਗਾ, ਚੰਗੇ ਵਿਚਾਰਾਂ ਦਾ ਆਦਾਨ ਪ੍ਰਵਾਨ ਕਰੇਗਾ। ਆਪਦੇ ਆਸੇ ਪਾਸੇ ਇੱਕ ਬਹੁਤ ਹੀ ਚੰਗੀ ਜਿਹੜੀ ਹੈ ਇੱਕ ਮਾਹੌਲ ਜਦੋਂ ਸਿਰਜੇਗਾ, ਉਦੋਂ ਸਤਿਗੁਰਾਂ ਦੀਆਂ ਗੱਲਾਂ ਹੋਣਗੀਆਂ, ਉਦੋਂ ਗੁਰਸਿੱਖਾਂ ਦੀਆਂ ਗੱਲਾਂ ਹੋਣਗੀਆਂ, ਗੁਰਮੁਖਾਂ ਦੀਆਂ ਗੱਲਾਂ ਹੋਣਗੀਆਂ। ਤੇ ਜਦੋਂ ਇਹੋ ਜਿਹੀਆਂ ਗੱਲਾਂ ਸੁਣੇਗਾ ਆਪਣੇ ਜੀਵਨ ਤੇ ਵੀ ਬਹੁਤ ਪ੍ਰਭਾਵ ਪਵੇਗਾ। ਜੇ ਕਿਤੇ ਔਗਣ ਹੋਣਗੇ ਉਹ ਔਗਣ ਮਿਟ ਜਾਣਗੇ, ਮਨ ਦੀ ਮੈਲ ਦੂਰ ਹੋ ਜਾਵੇਗੀ, ਮਨ ਦੀ ਚਾਦਰ ਇੱਕਦਮ ਫਿਰ ਤੋਂ ਸਫੈਦ ਹੋ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।